ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੱਚੇ ਆਪਾਂ ਡਬਲ ਐਂਟਰੀ ਸਿਸਟਮ ਕਰ ਰਹੇ ਸੀ। ਡਬਲ ਐਂਟਰੀ ਸਿਸਟਮ ਦੀ ਤੁਸੀਂ ਕੋਈ ਵੀ ਡੈਫੀਨੇਸ਼ਨ ਲਿਖ ਸਕਦੇ ਹੋ, ਜੋ ਉਹ ਕੋਈ ਗੱਲ ਨਹੀਂ ਹੈ, ਕਿਉਂਕਿ ਆਪਾਂ ਪਹਿਲਾਂ ਪੜ੍ਹ ਚੁੱਕੇ ਹਾਂ। ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਨਾ 3 ਸਟੈਪ ਲਿਖਣੇ ਹੀ ਲਿਖਣੇ ਨੇ। ਉਸ ਤੋਂ ਬਾਅਦ ਤੁਸੀਂ ਡਬਲ ਐਂਟਰੀ ਸਿਸਟਮ ਦਾ ਇੱਥੋਂ ਵੀ ਲਿਖ ਸਕਦੇ ਹੋ, ਜੋ ਕਿ ਡਬਲ ਐਂਟਰੀ ਸਿਸਟਮ ਇਜ਼ ਦਾ ਸਿਸਟਮ ਅੰਡਰ ਵਿਚ ਈਚ ਟ੍ਰਾਂਜੈਕਸ਼ਨ ਇਜ਼ ਰਿਗਾਰਡਡ ਟੂ ਹੈਵ ਟੂ ਫੋਲਡ ਇਫੈਕਟ। ਉਹੀ ਗੱਲ ਹੋ ਗਈ ਨਾ ਕਿ ਹਰ ਇੱਕ ਟ੍ਰਾਂਜੈਕਸ਼ਨ ਦੇ 2 ਇਫੈਕਟ ਹੋਣਗੇ, ਹੈ ਨਾ। ਤੁਹਾਨੂੰ ਪਹਿਲਾਂ ਸਮਝਾਇਆ 2 ਫੋਲਡ ਮਤਲਬ ਕਿ 2 ਇਫੈਕਟ ਹੋਣਗੇ, ਠੀਕ ਹੈ। ਐਂਡ ਬੋਥ ਦ ਇਸਪੈਕਟਸ ਆਰ ਰਿਕਾਰਡਡ ਟੂ obtain ਕੰਪਲੀਟ ਰਿਕਾਰਡਸ ਆਫ ਡੀਲਿੰਗ। ਤੇ ਦੋਵੇਂ ਇਸਪੈਕਟ ਆਪਾਂ ਨੂੰ ਰਿਕਾਰਡ ਕਰਨੇ ਪੈਣਗੇ। ਮੈਂ ਉਦੋਂ ਸਮਝਾਇਆ ਸੀ ਨਾ ਕਿ ਇੱਕ ਜਿੱਥੇ ਤੁਸੀਂ ਪੈਸਾ ਆਪਣਾ ਕੰਪਲੀਟ ਕਰਨ ਦੇ, ਦੂਜਾ ਜਿਹਨੂੰ ਦਿੱਤੇ ਉਹਦੇ ਅਕਾਊਂਟ 'ਚ, ਠੀਕ ਆ। Double entry system of bookkeeping adheres to the rule that for each transaction the debit amount must equal the credit amount। ਕਹਿੰਦਾ ਵਾ ਕਿ ਇਹਦਾ ਮਤਲਬ ਇਹ ਆ ਕਿ ਜਿੰਨੀ ਤੁਸੀਂ ਡੈਬਿਟ ਅਮਾਊਂਟ ਕੀਤੀ ਆ ਉਹ ਕ੍ਰੈਡਿਟ ਅਮਾਊਂਟ ਦੇ ਇਕੁਅਲ ਹੋਣੀ। ਸਿਰਫ ਇੰਨੀ ਗੱਲ ਯਾਦ ਰੱਖੋ ਕਿ ਬੱਚੇ ਜਦੋਂ ਤੁਸੀਂ ਬੈਂਕ ਜਾਂਦੇ ਜੋ ਨਾ, ਬੈਂਕ ਜਾਂਦੇ ਜੋ, ਤੇ ਜੇ ਤੁਸੀਂ ਪੈਸਾ ਕੀ ਕਰਦੇ ਜੋ, ਅਕਾਊਂਟ 'ਚ ਪਲੱਸ ਕਰਦੇ ਕਢਵਾਉਂਦੇ ਜੋ, ਠੀਕ ਆ। ਬੈਂਕ 'ਚੋਂ ਪੈਸਾ ਕਢਵਾਉਂਦੇ ਜੋ, ਅਤੇ ਤੁਹਾਡੇ ਅਕਾਊਂਟ 'ਚ ਪੈਸਾ ਕੀ ਹੋ ਜਾਂਦਾ ਵਾ, ਜੋ ਤੁਸੀਂ ਆਪਣੇ ਅਕਾਊਂਟ 'ਚੋਂ ਪੈਸਾ ਕਢਾਉਂਦੇ, ਤੁਹਾਡੇ ਅਕਾਊਂਟ 'ਚ ਪੈਸਾ ਕੀ ਹੁੰਦਾ, ਡੈਬਿਟ। ਡੈਬਿਟ ਦਾ ਮਤਲਬ ਤੁਸੀਂ ਪੈਸਾ ਕਢਾ ਲਿਆ, ਠੀਕ ਆ। ਤੁਹਾਡੇ ਅਕਾਊਂਟ 'ਚੋਂ ਪੈਸਾ ਕੀ ਹੋ ਗਿਆ, ਘੱਟ ਗਿਆ। ਐਂਡ ਜੇ ਤੁਸੀਂ ਪਲੱਸ ਕਰਵਾਉਂਦੇ ਜੋ, ਆਪਣੇ ਅਕਾਊਂਟ 'ਚ ਪੈਸਾ ਜਮ੍ਹਾਂ ਕਰਵਾਉਂਦੇ ਜੋ, ਫਿਰ ਉਹ ਕੀ ਹੋ ਜਾਂਦਾ, ਕ੍ਰੈਡਿਟ ਹੋ ਜਾਂਦਾ। ਕ੍ਰੈਡਿਟ ਦਾ ਮਤਲਬ ਕਿ ਤੁਸੀਂ ਆਪਣੇ ਅਕਾਊਂਟ 'ਚ ਪੈਸਾ ਜਮ੍ਹਾਂ ਕਰਵਾਇਆ। ਸੋ ਕਹਿੰਦਾ ਹਰ ਇੱਕ ਟ੍ਰਾਂਜੈਕਸ਼ਨ ਦਾ 2 ਇਫੈਕਟ ਹੁੰਦੇ। ਇੱਕ ਕੀ ਹੁੰਦਾ, ਡੈਬਿਟ ਹੁੰਦਾ, ਇੱਕ ਕੀ ਹੁੰਦਾ, ਕ੍ਰੈਡਿਟ ਹੁੰਦਾ। ਇੰਨਾ ਹੀ ਯਾਦ ਰੱਖਣਾ ਵਾ। ਅਕਾਊਂਟਸ ਦੇ ਵਿੱਚ ਇਹ 2 ਚੀਜ਼ਾਂ ਚੱਲੀਆਂ। ਡਬਲ ਇਫੈਕਟ ਦਾ ਮਤਲਬ ਆ ਇੱਕ ਡੈਬਿਟ ਹੋਊਗਾ ਅਤੇ ਦੂਜਾ ਕੀ ਹੋਊਗਾ, ਕ੍ਰੈਡਿਟ ਹੋਊਗਾ। ਜੇ ਇੱਕ ਪਲੱਸ ਹੋਊਗਾ, ਦੂਜਾ ਕੀ ਹੋਊਗਾ, ਮਾਈਨਸ ਹੋਊਗਾ। ਦੈਟ ਇਜ਼ ਵਾਈ ਦ ਸਿਸਟਮ ਇਜ਼ ਕਾਲਡ ਡਬਲ ਐਂਟਰੀ ਸਿਸਟਮ। ਕਹਿੰਦਾ ਤਾਂ ਕਰਕੇ ਸਿਸਟਮ ਨੂੰ ਕੀ ਕਿਹਾ ਜਾਂਦਾ, ਡਬਲ ਐਂਟਰੀ ਸਿਸਟਮ। ਹੁਣ ਦੇਖੋ ਬੱਚੇ ਇਹਦੇ ਵਿੱਚ ਕੀ ਕਹਿ ਰਿਹਾ, ਦ ਰੂਲ ਆਫ ਡੈਬਿਟ ਐਂਡ ਕ੍ਰੈਡਿਟ ਆਰ ਡਿਜ਼ਾਈਨ ਸੋ ਦੈਟ ਇਕੁਅਲ ਅਮਾਊਂਟ ਆਫ ਡੈਬਿਟ ਐਂਡ ਕ੍ਰੈਡਿਟ ਐਂਟਰੀਜ਼ ਆਰ ਨੀਡਡ ਟੂ ਰਿਕਾਰਡ ਐਵਰੀ ਬਿਜ਼ਨਸ ਟ੍ਰਾਂਜੈਕਸ਼ਨ। ਕਹਿੰਦਾ ਵਾ ਕਿ ਡੈਬਿਟ ਕ੍ਰੈਡਿਟ ਤਾਂ ਕਰਕੇ ਕੀਤਾ ਗਿਆ ਵਾ ਕਿ ਸੇਮ ਅਮਾਊਂਟ ਦੇ ਨਾਲ ਆਪਾਂ ਜੇ 10,000 ਮੈਂ ਕਢਾਇਆ ਵਾ, ਬੈਂਕ ਦੇ ਵਿੱਚੋਂ ਕਢਾਇਆ ਵਾ, ਅਤੇ ਮੇਰਾ 10,000 ਮੇਰੇ ਕੋਲ ਆ ਗਿਆ, ਮੇਰੇ ਹੱਥ 'ਚ ਆ ਗਿਆ ਨਾ। ਬਟ ਮੇਰੇ ਅਕਾਊਂਟ 'ਚੋਂ ਕੀ ਹੋ ਗਿਆ, ਮੇਰੇ ਹੱਥ 'ਚੋਂ ਪੈਸਾ ਕੀ ਹੋ ਗਿਆ, ਪਲੱਸ ਹੋ ਗਿਆ, ਬਟ ਮੇਰੇ ਅਕਾਊਂਟ 'ਚੋਂ ਪੈਸਾ ਕੀ ਹੋ ਗਿਆ, ਮਾਈਨਸ ਹੋ ਗਿਆ, ਠੀਕ ਹੈ। ਸੋ ਕਹਿੰਦਾ ਇਕੁਅਲ ਅਮਾਊਂਟ ਦੇ ਨਾਲ ਆਪਾਂ ਹਰ ਇੱਕ ਚੀਜ਼ ਨੂੰ ਡੈਬਿਟ ਕਰਨਾ ਵਾ ਅਤੇ ਕ੍ਰੈਡਿਟ ਕਰਨਾ, ਠੀਕ ਹੈ ਜੀ। ਫੀਚਰਸ ਆਫ ਡਬਲ ਐਂਟਰੀ ਸਿਸਟਮ। ਫੀਚਰਸ ਕੀ ਆ ਬੱਚੇ, 2 ਪਾਰਟੀਜ਼ ਹੋਣਗੀਆਂ, ਓਬਵੀਅਸਲੀ 2 ਪਾਰਟੀਜ਼ ਹੋਣਗੀਆਂ। ਦੇਖੋ ਟ੍ਰਾਂਜੈਕਸ਼ਨ ਟੇਕਸ ਪਲੇਸ ਓਨਲੀ ਇਫ ਦੇयर ਆਰ 2 ਪਾਰਟੀਜ਼, 1 ਪਾਰਟੀ ਰਿਸੀਵਿੰਗ ਦ ਬੈਨੀਫਿਟ ਐਂਡ ਅਦਰ ਪਾਰਟੀ ਗਿਵਿੰਗ ਔਰ ਪਾਰਟਿੰਗ ਵਿਦ ਦ ਬੈਨੀਫਿਟ। ਕਹਿੰਦਾ 2 ਪਾਰਟੀਜ਼ ਹੋਣਗੀਆਂ। ਇਹਦੇ ਵਿੱਚ ਕੀ ਆ ਕਿ 2 ਪਾਰਟੀਜ਼ ਦਾ ਮਤਲਬ ਇਹ ਹੋ ਗਿਆ ਕਿ ਇੱਕ ਪਾਰਟੀ ਪੈਸਾ ਲੈਂਦੀ ਆ, ਦੂਜੀ ਪਾਰਟੀ ਕੀ ਦੇਂਦੀ ਆ, ਪੈਸਾ ਦੇਂਦੀ ਆ। ਗੱਲ ਸਮਝ ਆ ਰਹੀ ਹੈ। ਇੱਕ ਪਾਰਟੀ ਪੈਸਾ ਦੇਂਦੀ ਆ, ਦੂਜੀ ਪਾਰਟੀ ਕੀ ਕਰਨ ਦੀ ਆ, ਪੈਸਾ ਲੈਂਦੀ ਆ। ਫੋਰ ਐਗਜ਼ਾਮਪਲ ਬੈਂਕ ਜਾਂਦੇ ਜੋ, ਅਤੇ ਬੈਂਕ ਤੁਹਾਨੂੰ ਤੁਹਾਡੇ ਅਕਾਊਂਟ 'ਚੋਂ ਭਾਵੇਂ ਪੈਸਾ ਦਿੰਦੇ, ਜੇ ਲੋਨ ਲੈਂਦੇ ਜੋ, ਫੋਰ ਐਗਜ਼ਾਮਪਲ ਲੋਨ ਲੈਂਦੇ ਜੋ, ਇੱਕ ਪਾਰਟੀ ਕੀ ਆ, ਆਪਾਂ ਪੈਸਾ ਲੈਂਦੇ, ਲੋਨ ਲੈਂਦੇ, ਬੈਂਕ ਸਾਨੂੰ ਕੀ ਦਿੰਦੀ ਆ, ਪੈਸਾ ਦੇਂਦੀ ਆ। ਦੈਟ ਮੀਨਸ 2 ਪਾਰਟੀਜ਼ ਹੋ ਗਈਆਂ ਨਾ। ਈਚ ਪਾਰਟੀ ਇਜ਼ ਅਫੈਕਟਡ ਬਾਈ ਦ ਟ੍ਰਾਂਜੈਕਸ਼ਨ ਇਨ ਆਪੋਜ਼ਿਟ ਡਾਇਰੈਕਸ਼ਨ ਬਟ ਵਿਦ ਦ ਸੇਮ ਅਮਾਊਂਟ। ਆਪੋਜ਼ਿਟ ਡਾਇਰੈਕਸ਼ਨ ਦਾ ਮਤਲਬ ਇੱਕ ਦੇ ਹੱਥ 'ਚ ਪੈਸਾ ਆਊਗਾ, ਦੂਜੇ ਦੇ ਹੱਥ 'ਚੋਂ ਪੈਸਾ ਜਾਊਗਾ। ਇੱਕ ਦੇ ਹੱਥ 'ਚ ਪੈਸਾ ਪਲੱਸ ਹੋਇਆ, ਦੂਜੇ ਦੇ ਹੱਥ 'ਚੋਂ ਪੈਸਾ ਕੀ ਹੋਇਆ, ਮਾਈਨਸ ਹੋਇਆ, ਬਟ ਵਿਦ ਦ ਸੇਮ ਅਮਾਊਂਟ। ਇਹ ਥੋੜ੍ਹੀ ਆ ਕਿ ਉਹਨੇ ਦਿੱਤਾ ਤੁਹਾਨੂੰ 10,000 ਤਾਂ ਤੁਸੀਂ ਕਹਿੰਦੇ ਜੋ ਮੈਂ ਲਿਆ 5,000, ਇੱਦਾਂ ਨਹੀਂ। ਕਹਿੰਦਾ ਸੇਮ ਅਮਾਊਂਟ। ਸੇਮ ਅਮਾਊਂਟ ਦਾ ਮਤਲਬ ਇਹ ਆ ਕਿ ਜੇ 10,000 ਲਿਆ ਵਾ, ਅਤੇ ਜੇ 10,000 ਡੈਬਿਟ ਹੋਇਆ ਤਾਂ ਕ੍ਰੈਡਿਟ ਵੀ ਕਿੰਨਾ ਹੋਊਗਾ, 10,000 ਹੀ ਹੋਊਗਾ, ਠੀਕ ਹੈ। ਈਚ ਟ੍ਰਾਂਜੈਕਸ਼ਨ ਅਫੈਕਟਸ ਐਟ ਲੀਸਟ 2 ਆਈਟਮਸ ਇਨ ਐਨ ਅਕਾਊਂਟਿੰਗ ਇਕੁਏਸ਼ਨ। Accounting equation is composed of 3 elements, namely assets, liabilities and capital। ਬੱਚੇ accounting equation ਆਪਾਂ ਅਗਲੇ ਚੈਪਟਰ 'ਚ ਪੜ੍ਹਨਾ ਵਾ। accounting equation ਪੂਰਾ ਪ੍ਰੈਕਟੀਕਲ ਚੈਪਟਰ ਆ, ਠੀਕ ਹੈ। ਕਹਿੰਦਾ ਉਹਦੇ ਵਿੱਚ ਆਪਾਂ 2 ਇਫੈਕਟ ਨੂੰ ਮੈਂ ਤੁਹਾਨੂੰ ਕਿਹਾ ਨਾ, ਡਬਲ ਐਂਟਰੀ ਸਿਸਟਮ 2 ਵਾਰੀ ਇਫੈਕਟ ਕਰਦੀ ਆ। ਇੱਕ ਵਾਰੀ ਤੁਸੀਂ ਕੀ ਕਰਦੇ ਹੋ, ਜਦੋਂ ਤੁਸੀਂ ਕੰਮ ਕਰਨਾ ਸ਼ੁਰੂ ਕਰਦੇ ਜੋ, ਇੱਕ ਵਾਰੀ ਕੀ ਆ, ਜਦੋਂ ਤੁਸੀਂ ਪੈਸਾ ਕਢਵਾਇਆ, ਇੱਕ ਵਾਰੀ ਜਦੋਂ ਤੁਸੀਂ ਤੁਹਾਡੇ ਕੋਲ 10,000 ਰੁਪਇਆ ਆ ਗਿਆ, ਤੁਸੀਂ ਉਹ 10,000 ਲਿਖਾ ਕਿ ਮੈਂ ਜਿੱਥੇ ਜਿਹਨੂੰ ਦਿੱਤਾ ਉੱਥੇ ਪੈਸਾ ਕੰਪਲੀਟ ਕੀਤਾ। ਦੂਜਾ ਪੈਸਾ ਕਿੱਥੇ ਲਿਖੋਗੇ, ਜਿੱਥੇ ਤੁਸੀਂ ਉਹ ਪੈਸੇ ਨੂੰ ਕੀ ਕੀਤਾ, ਜਿਹਨੂੰ ਦਿੱਤਾ ਹੈ, ਠੀਕ ਹੈ। ਪਹਿਲੀ ਗੱਲ ਜਿਹਨੂੰ ਦਿੱਤਾ। ਦੂਜੀ ਗੱਲ ਇਹ ਕਿ ਜੇ ਤੁਸੀਂ ਆਪਣੇ ਵੇਜਿਸ ਦਿੱਤੀਆਂ, ਅਤੇ ਵੇਜਿਸ ਜਿੱਦਾਂ ਤੁਸੀਂ ਹਿਸਾਬ ਕਰਨ ਦੇ ਜੋ, ਤਾਂ ਵੇਜਿਸ ਵਾਲੇ ਅਕਾਊਂਟ 'ਚ ਵੇਜਿਸ ਦਾ ਲਿਖੋਗੇ, ਅਤੇ ਜਿੱਥੇ ਪੈਸਾ ਪੂਰਾ ਕਰਨ ਦੇ ਉੱਥੇ ਲਿਖੋਗੇ। ਸਮਝਾਇਆ ਨਾ ਮੈਂ ਪਹਿਲਾਂ। ਕਹਿੰਦੇ ਆ ਕਿ ਜਿਹੜਾ ਅਕਾਊਂਟਿੰਗ ਇਕੁਏਸ਼ਨ ਆ, ਧਿਆਨ ਨਾਲ ਸਮਝੋ, ਉਹ 3 ਚੀਜ਼ਾਂ ਨਾਲ ਬਣਦਾ, ਜਿਹੜੀਆਂ ਆਪਾਂ ਹੁਣੇ ਇੱਥੇ ਕੀਤੀ ਸੀ। ਐਸਿਡਸ ਇਕੁਅਲਸ ਟੂ ਕੈਪੀਟਲ, ਠੀਕ ਹੈ ਜੀ। ਐਸਿਡਸ, ਕੈਪੀਟਲ ਪਲੱਸ ਲਾਇਬਿਲਿਟੀ ਇਕੁਅਲਸ ਟੂ ਐਸਿਡਸ, ਆਹੀ ਇਕੁਏਸ਼ਨ ਆ, ਠੀਕ ਹੈ। ਸੋ ਇਹਦੇ ਵਿੱਚ ਵੀ ਉਹੀ ਗੱਲ ਕਹਿ ਰਿਹਾ ਵਾ ਕਿ ਜਿਹੜਾ ਤੁਹਾਡਾ ਕੀ ਕਹਿੰਦੇ ਆ ਕਿ ਅਕਾਊਂਟਿੰਗ ਇਕੁਏਸ਼ਨ ਆ, ਜਿਹੜੀ ਉਹ 3 ਚੀਜ਼ਾਂ ਨਾਲ ਬਣਦੀ, ਕਿਹਦੇ ਨਾਲ, ਐਸਿਡਸ ਅਤੇ ਲਾਇਬਿਲਿਟੀਜ਼ ਅਤੇ ਕੈਪੀਟਲ। ਇਹ ਆਪਾਂ ਨੈਕਸਟ ਚੈਪਟਰ 'ਚ ਪੜ੍ਹਾਂਗੇ, ਠੀਕ ਹੈ। ਚੇਂਜਿਸ ਆਰ ਰੈਕੋਗਨਾਈਜ਼ਡ ਫਰੋਮ ਦ ਐਂਗਲ ਆਫ ਪਾਰਟੀ ਇਨ ਹੂਜ਼ ਬੁੱਕਸ ਰਿਕਾਰਡਿੰਗ ਇਜ਼ ਬਿੰਗ ਡਨ। ਕਹਿੰਦਾ ਚੇਂਜ ਉਹਦੇ ਅਕੋਰਡਿੰਗ ਆਊਗਾ ਜਿਹਦੀਆਂ ਬੁੱਕਸ ਬਣਾਵਾਂਗੇ, ਠੀਕ ਆ ਨਾ। ਜੇ ਤਾਂ ਰਾਮ ਨੇ ਪੈਸਾ ਦਿੱਤਾ, ਤਾਂ ਰਾਮ ਦੇ ਅਕਾਊਂਟ 'ਚ ਪੈਸਾ ਕੀ ਹੋ ਜਾਊਗਾ, ਮਾਈਨਸ। ਅਤੇ ਸ਼ਾਮ ਨੇ ਪੈਸਾ ਲਿਆ ਵਾ, ਅਤੇ ਸ਼ਾਮ ਦੇ ਅਕਾਊਂਟ 'ਚ ਪੈਸਾ ਕੀ ਹੋ ਜਾਊਗਾ, ਪਲੱਸ ਹੋ ਜਾਊਗਾ, ਠੀਕ ਆ ਜੀ। ਚੇਂਜਿਸ ਆਰ ਰਿਕਾਰਡਡ ਇਨ 2 ਰਿਲੇਟਡ ਅਕਾਊਂਟ ਇਨ ਦ ਬੁੱਕਸ ਆਫ ਪਾਰਟੀ। ਉਹੀ ਗੱਲ ਨਾ, 2 ਅਕਾਊਂਟਸ ਦੇ ਵਿੱਚ ਕਰਾਂਗੇ। 2 ਰਿਲੇਟਡ ਅਕਾਊਂਟਸ ਦਾ ਮਤਲਬ ਇਹ ਆ ਰਾਮ ਅਤੇ ਸ਼ਾਮ ਦੇ, ਠੀਕ ਆ। ਰਾਮ ਦੇ ਵਿੱਚ ਜੇ ਰਾਮ ਨੇ ਪੈਸਾ ਦਿੱਤਾ, ਰਾਮ ਦੇ ਵਿੱਚੋਂ ਪੈਸਾ ਮਾਈਨਸ ਹੋ ਜਾਣਾ, ਸ਼ਾਮ ਦੇ ਵਿੱਚ ਅਕਾਊਂਟ 'ਚ ਪਲੱਸ ਹੋ ਜਾਣਾ, ਠੀਕ ਹੈ ਜੀ।
ਅਕਾਊਂਟ ਰਿਸੀਵਿੰਗ ਦਾ ਬੈਨੀਫਿਟ ਇਜ਼ ਡੈਬਿਟਡ ਕਹਿੰਦਾ ਵਾ ਕਿ ਇਹਦੇ ਵਿੱਚ ਰਿਸੀਵਿੰਗ ਦਾ ਬੈਨੀਫਿਟ, ਇਹ ਗੱਲ ਯਾਦ ਰੱਖਿਓ ਹੁਣ ਕਿ ਜਦੋਂ ਆਪਾਂ ਤੁਹਾਨੂੰ ਇਹ ਰੂਲਸ ਜਿਹੜੇ ਆ ਨਾ ਇਹ ਅਗਲੇ ਸ਼ਰਮਾ ਦੀ ਬੁੱਕ ਦੇ ਵਿੱਚ ਮੈਂ ਤੁਹਾਨੂੰ ਚੰਗੀ ਤਰ੍ਹਾਂ ਸਮਝਾਉਂਗੀ, ਕਿਉਂਕਿ ਆਈ ਥਿੰਕ ਸੋ ਇਹ ਬੁੱਕ ਦੇ ਵਿੱਚ ਰੂਲਸ ਨਹੀਂ ਦਿੱਤੇ। ਠੀਕ ਆ ਜੀ, ਆਪਾਂ ਨੈਕਸਟ ਟੌਪਿਕ ਰੂਲਸ ਵਾਲਾ ਕਰਾਂਗੇ ਕਿ ਡੈਬਿਟ ਕਦੋਂ ਕਰੀਦਾ, ਕ੍ਰੈਡਿਟ ਕਦੋਂ ਕਰੀਦਾ। ਬਟ ਇਹਦੇ ਵਿੱਚ ਉਹਨੇ ਕੀ ਦੱਸਿਆ ਵਾ, ਅਮਾਊਂਟ ਰਿਸੀਵਿੰਗ ਕਹਿੰਦਾ ਜਿਹੜਾ ਪੈਸਾ ਰਿਸੀਵ ਕਰਦਾ, ਜਿੰਨੇ ਪੈਸਾ ਲਿਆ ਵਾ ਉਹਨੂੰ ਆਪਾਂ ਕੀ ਕਰ ਦਿੰਦੇ ਡੈਬਿਟ। ਠੀਕ ਆ, ਜਿੰਨੇ ਪੈਸਾ ਲਿਆ ਵਾ ਉਹਨੂੰ ਡੈਬਿਟ। ਤੇ ਉਹਨੂੰ ਕਿਹੜੀ ਸਾਈਡ ਲਿਖੀ ਦਾ, ਲੈਫਟ ਹੈਂਡ ਸਾਈਡ। ਦੋ ਆਹ ਪੇਜ ਆ ਬੁੱਕ ਦਾ, ਇਹਦੇ ਵਿੱਚ ਹਾਫ ਲਾਈਨ ਮਾਰੀ, ਲੈਫਟ ਹੈਂਡ ਸਾਈਡ ਤੁਹਾਡੀ ਕਿਹੜੀ ਹੋਈ, ਆਹ ਵਾਲੀ ਹੋਈ। ਸੋ ਜਿੰਨੇ ਪੈਸਾ ਲਿਆ ਵਾ, ਸਮਝ ਆ ਰਹੀ ਮੇਰੀ ਗੱਲ ਦੀ, ਜਿੰਨੇ ਪੈਸਾ ਲਿਆ ਵਾ ਉਹ ਕਿਹੜੀ ਸਾਈਡ ਆਊਗਾ, ਡੈਬਿਟ ਸਾਈਡ। ਠੀਕ ਆ, ਆਹ ਡੈਬਿਟ ਸਾਈਡ ਹੋਗੀ, ਆਹ ਕਿਹੜੀ ਹੋਗੀ, ਕ੍ਰੈਡਿਟ ਸਾਈਡ। ਐਂਡ ਲੈਫਟ ਹੈਂਡ ਸਾਈਡ ਡੈਬਿਟ ਸਾਈਡ ਆ, ਅਤੇ ਡੈਬਿਟ ਸਾਈਡ ਉਹ ਵਾਲੀ ਸਾਈਡ ਆ ਜਿੱਥੇ ਆਪਾਂ ਕੀ ਕਰਦੇ ਹਾਂ, ਜਿੱਥੇ ਜਿਹੜਾ ਬੰਦਾ ਪੈਸਾ ਲੈਂਦਾ ਵਾ, ਜਿਹਨੇ ਪੈਸਾ ਲਿਆ, ਅਮਾਊਂਟ ਰਿਸੀਵ ਕੀਤੀ, ਉਹਦਾ ਅਕਾਊਂਟ ਇੱਧਰ ਬਣੂਗਾ। ਠੀਕ ਆ ਜੀ, ਠੀਕ ਆ। ਐਂਡ ਦ ਅਮਾਊਂਟ rendering the benefit is credited that is recorded on the right hand side ਕਹਿੰਦਾ ਵਾ ਕਿ ਜਿੰਨੇ ਪੈਸਾ ਦਿੱਤਾ, ਠੀਕ ਆ, ਇਹਦੇ ਹੱਥੋਂ ਪੈਸਾ ਗਿਆ, ਜਿੰਨੇ ਪੈਸਾ ਦਿੱਤਾ ਉਹ ਕਿਹੜੀ ਸਾਈਡ ਆਊਗਾ, ਕ੍ਰੈਡਿਟ ਸਾਈਡ ਆਊਗਾ। ਗੱਲ ਸਮਝ ਆ ਰਹੀ ਆ? ਤੁਸੀਂ ਪੇਜ ਦੇ 2 ਲਾਈਨਾਂ ਮਾਰ ਲਿਆ, 1 ਲਾਈਨ ਮਾਰ ਲੈਣੀ ਵਿਚਕਾਰ ਹਾਫ। ਠੀਕ ਆ, ਇੱਕ ਜਿਹੜੀ ਹਮੇਸ਼ਾ ਇੰਨਾ ਯਾਦ ਰਹਿਣਾ, ਲੈਫਟ ਹੈਂਡ ਸਾਈਡ ਡੈਬਿਟ ਹੁੰਦੀ ਆ, ਰਾਈਟ ਹੈਂਡ ਸਾਈਡ ਕਿਹੜੀ ਹੁੰਦੀ ਆ, ਕ੍ਰੈਡਿਟ ਹੁੰਦੀ। ਧਿਆਨ ਨਾਲ ਸਮਝੋ। ਠੀਕ ਆ, ਤੁਹਾਡੀ ਲੈਫਟ ਹੋ ਗਈ, ਆ ਕੀ ਹੋ ਗਈ, ਰਾਈਟ ਹੋ ਗਈ। ਠੀਕ ਆ, ਐਂਡ ਜਿੰਨੇ ਪੈਸਾ ਹਮੇਸ਼ਾ ਲਿਆ ਵਾ ਉਹ ਡੈਬਿਟ ਹੋਊਗਾ, ਜਿੰਨੇ ਪੈਸਾ ਦਿੱਤਾ ਉਹ ਹਮੇਸ਼ਾ ਕੀ ਹੋਊਗਾ, ਕ੍ਰੈਡਿਟ ਹੋਊਗਾ। ਠੀਕ ਹੈ ਜੀ। ਈਚ ਅਕਾਊਂਟ ਹੈਜ਼ ਟੂ ਸਾਈਡਸ, ਇੱਕ ਲੈਫਟ, ਤੁਹਾਨੂੰ ਮੈਂ ਹੁਣੇ ਦੱਸਦਾ, ਇੱਕ ਲੈਫਟ ਸਾਈਡ ਆ ਅਤੇ ਇੱਕ ਕਿਹੜੀ ਆ, ਕ੍ਰੈਡਿਟ ਸਾਈਡ ਆ। ਰਾਈਟ ਸਾਈਡ ਕਿਹੜੀ ਆ, ਕ੍ਰੈਡਿਟ ਸਾਈਡ। ਠੀਕ ਆ, ਫॉर ਕੈਸ਼ ਟ੍ਰਾਂਜੈਕਸ਼ਨ ਡੈਬਿਟ ਅਮਾਊਂਟ ਇਜ਼ ਇਕੁਅਲ ਟੂ ਦਾ ਕ੍ਰੈਡਿਟ ਅਮਾਊਂਟ। ਉਹੀ ਗੱਲ ਹੋ ਗਈ, ਕਹਿੰਦਾ ਕਿ ਹਮੇਸ਼ਾ ਜਿੰਨਾ ਪੈਸਾ ਰਾਮ ਨੇ ਲਿਆ ਵਾ ਤਾਂ ਸ਼ਾਮ ਨੇ ਉਨਾ ਹੀ ਦਿੱਤਾ ਹੋਊਗਾ। ਇਹ ਨਹੀਂ ਹੋਊਗਾ ਸ਼ਾਮ ਤੁਸੀਂ ਕਹਿੰਦੇ ਜੋ ਕਿ 10,000 ਦਿੱਤਾ ਵਾ ਅਤੇ ਉਹ ਕਹਿੰਦਾ ਮੈਂ 5,000 ਲਿਆ, ਇੱਦਾਂ ਨਹੀਂ ਕਹਿੰਦਾ, ਅਮਾਊਂਟ ਆਲਵੇਜ਼ ਸੇਮ ਹੋਊਗੀ। ਠੀਕ ਹੈ ਜੀ, ਗੱਲ ਸਮਝ ਆ ਰਹੀ ਮੇਰੀ ਬੱਚੇ? ਐਡਵਾਂਟੇਜਿਸ ਸੇਮ ਆ, ਮੈਂ ਤੁਹਾਨੂੰ ਬਹੁਤ ਵਾਰੀ ਪਹਿਲਾਂ ਕਰਵਾ ਚੁੱਕੀ ਹਾਂ, ਇਹ ਤੁਸੀਂ ਆਪਣੇ ਆਪ ਕਰਨੀਆਂ ਵਾ। ਜੇ ਤੁਹਾਨੂੰ ਨਹੀਂ ਸਮਝ ਆਊਗੀ ਤਾਂ ਮੇਰੇ ਕੋਲ ਦੁਬਾਰਾ ਪੁੱਛ ਲਿਓ। ਠੀਕ ਆ, ਸਮਝ ਆ ਰਹੀ ਹੈ? ਠੀਕ ਆ ਜੀ। ਨੈਕਸਟ ਟੌਪਿਕ ਇਜ਼ ਡਿਸਐਡਵਾਂਟੇਜਿਸ ਆਫ ਡਬਲ ਐਂਟਰੀ ਸਿਸਟਮ। ਡਿਸਐਡਵਾਂਟੇਜ ਕੀ ਆ, ਕਹਿੰਦਾ ਕਿ ਡਬਲ ਐਂਟਰੀ ਸਿਸਟਮ ਦੀਆਂ ਕੀ ਡਿਸਐਡਵਾਂਟੇਜਿਸ ਆ। ਰਿਕੁਆਇਰਮੈਂਟ ਆਫ ਐਕਸਪਰਟ ਨੌਲੇਜ, ਨਾਓ ਇਟ ਇਜ਼ ਅਕਾਊਂਟਿੰਗ ਇਜ਼ ਅ ਪ੍ਰੋਫੈਸ਼ਨ ਐਂਡ ਇਜ਼ ਬੀਂਗ ਪ੍ਰੈਕਟਿਸ ਬਾਈ ਕੁਆਲੀਫਾਈਡ ਚਾਰਟਰਡ ਅਕਾਊਂਟ। ਓਬਵੀਅਸਲੀ ਕਹਿੰਦਾ ਵਾ ਕਿ ਐਕਸਪਰਟ ਨੌਲੇਜ ਚਾਹੀਦੀ ਹੈ। ਜਿੰਨੇ ਡਬਲ ਅਕਾਊਂਟ ਬਣਾਉਣਾ, ਸਿੰਗਲ ਅਕਾਊਂਟ ਤੇ ਇੱਕ ਅਨਪੜ੍ਹ ਬੰਦਾ ਵੀ ਬਣਾ ਸਕਦਾ। ਜਿੱਦਾਂ ਤੁਹਾਡੇ ਘਰ ਦੇ ਵਿੱਚ ਪੈਸਾ ਆਇਆ 10,000 ਪਿਆ, ਤੁਹਾਡੇ ਮੰਮਾ ਕੀ ਕਰਦੇ ਆ, ਸਿੰਪਲ ਇਹ ਦਿੰਦੇ 10,000 ਰੁਪਏ ਦੀਆਂ ਬੁੱਕਸ ਲਈਆਂ, ਮੈਂ ਬੱਚਿਆਂ ਨੂੰ ਲੈ ਕੇ ਦਿੱਤੀਆਂ, 1,000 ਰੁਪਏ 500 ਰੁਪਏ ਦਾ ਮੈਂ ਨੌਕਰ ਨੂੰ ਪੈਸੇ ਦਿੱਤੇ, ਹੈ ਨਾ, ਇੱਦਾਂ ਨਹੀਂ ਲੈਂਦੇ। ਬਟ ਕਹਿੰਦਾ ਡਬਲ ਐਂਟਰੀ ਸਿਸਟਮ ਦੇ ਵਿੱਚ ਸਾਨੂੰ ਐਕਸਪਰਟ ਦੀ ਨੌਲੇਜ ਚਾਹੀਦੀ ਆ ਕਿ ਉਹਨੇ ਡਬਲ ਅਕਾਊਂਟ ਬਣਾਉਣੇ ਹੁੰਦੇ ਆ। ਇਹ ਕਹਿੰਦੇ ਕਿ ਅਨਪੜ੍ਹ ਬੰਦਾ ਨਹੀਂ ਬਣਾ ਸਕਦਾ। ਠੀਕ ਆ, ਅਨਪੜ੍ਹ ਬੰਦੇ ਨੂੰ ਕੀ ਪਤਾ ਕਿ 2 ਅਕਾਊਂਟ ਬਣਾਉਣੇ, ਅਨਪੜ੍ਹ ਬੰਦਾ ਤਾਂ ਇੱਕੋ ਅਕਾਊਂਟ ਬਣਾਈ ਜਾਂਦਾ। ਠੀਕ ਆ, ਫਿਰ ਉਹਨੂੰ ਇਹ ਨਹੀਂ ਪਤਾ ਕਿ ਲੈਫਟ ਹੈਂਡ ਸਾਈਡ ਕਿਹੜੀ ਹੁੰਦੀ, ਡੈਬਿਟ ਹੈਂਡ ਹੁੰਦੀ ਆ, ਰਾਈਟ ਹੈਂਡ ਸਾਈਡ ਕ੍ਰੈਡਿਟ ਹੁੰਦੀ। ਸੋ ਕਹਿੰਦਾ ਕਿ ਇਹਦਾ ਇੱਕ ਡਿਸਐਡਵਾਂਟੇਜ ਆ ਕਿ ਸਾਨੂੰ ਐਕਸਪਰਟ ਦੀ ਨੌਲੇਜ ਚਾਹੀਦੀ ਹੈ, ਅਤੇ ਐਕਸਪਰਟ ਕੌਣ ਆ, ਚਾਰਟਰਡ ਅਕਾਊਂਟੈਂਟ CA। ਠੀਕ ਹੈ ਜੀ। ਲੈਂਥੀ ਕੰਬਰਸਮ ਪ੍ਰੋਸੈਸ ਆ, ਅਤੇ ਇਹ ਕਹਿੰਦਾ ਕਿ ਇੱਕ ਲੈਂਥੀ ਪ੍ਰੋਸੈਸ ਆ। ਲੈਂਥੀ ਪ੍ਰੋਸੈਸ ਦਾ ਮਤਲਬ ਕਿ ਇਹਦੇ ਵਿੱਚ ਆਪਾਂ ਨੂੰ ਵੀ ਤੁਸੀਂ ਇਹ ਸਾਰਾ ਪੜ੍ਹੋਗੇ ਵੀ ਆਹ ਕਰਨਾ, ਸਟੈਪ ਵਾਈਜ਼ ਹਰ ਇੱਕ ਚੀਜ਼ ਕਰਨੀ ਪੈਂਦੀ, ਤੁਸੀਂ ਸਿੱਧਾ ਨਹੀਂ ਲਿਖ ਸਕਦੇ। ਸੋ ਇਹ ਲੈਂਥੀ ਪ੍ਰੋਸੈਸ ਆ। ਠੀਕ ਆ ਜੀ। ਐਕਸਪੈਂਸਿਵ ਆ, ਓਬਵੀਅਸਲੀ ਜਦੋਂ ਤੁਸੀਂ ਚਾਰਟਰਡ ਅਕਾਊਂਟਰ ਰੱਖੋਗੇ ਇੱਕ ਬੰਦਾ, ਤੁਸੀਂ ਉਹਨੂੰ 50-60,000 ਰੁਪਈਆ ਦਿੰਦੇ, ਦੈਟ ਮੀਨਸ ਕਿ ਐਕਸਪੈਂਸਿਵ ਦਾ ਮਤਲਬ ਖਰਚੇ ਵਾਲਾ ਕੰਮ ਆ। ਠੀਕ ਆ ਜੀ। ਇਹਦੇ ਉੱਤੇ ਤੁਹਾਨੂੰ ਇੱਕ ਇਕੱਲਾ ਬੰਦਾ ਰੱਖਣਾ ਪੈਣਾ ਵਾ। ਇਕੱਲਾ ਬੰਦਾ ਰੱਖੋਗੇ ਤਾਂ ਉਹ ਕੀ ਕਰੂਗਾ, ਤੁਹਾਨੂੰ ਓਬਵੀਅਸਲੀ ਉਹਨੇ ਪੈਸੇ ਲੈਣੇ ਆ। ਚਾਰਟਰਡ ਅਕਾਊਂਟੈਂਟ ਦੇ ਇੰਨੇ ਪੈਸੇ ਲੈਂਦੇ ਆ, ਲੱਖ ਰੁਪਈਆ ਲੈਂਦੇ ਆ। ਸੋ ਕਹਿੰਦੇ ਕਿ ਐਕਸਪੈਂਸਿਵ ਪ੍ਰੋਸੈਸ ਆ। ਠੀਕ ਹੈ। ਅਕਾਊਂਟਿੰਗ ਡਿਪਾਰਟਮੈਂਟ ਇਜ਼ ਟੂ ਬੀ ਸਟਾਫਡ ਬਾਈ ਕੁਆਲੀਫਾਈਡ ਐਂਡ ਟ੍ਰੇਨਡ ਪਰਸਨਲ ਰਿਕੁਆਇਰਿੰਗ ਹਾਈ ਸੈਲਰੀਜ਼, ਸੋ ਇਟ ਇਜ਼ ਐਕਸਪੈਂਸਿਵ ਫॉर ਸਮਾਲ ਬਿਜ਼ਨਸ ਯੂਨਿਟਸ, ਇਟ ਮੇ ਨਾਟ ਬੀ ਇਕੋਨੋਮਿਕਲ ਟੂ ਮੇਨਟੇਨ ਫੁੱਲ ਫਲੈਜ ਅਕਾਊਂਟਿੰਗ ਡਿਪਾਰਟਮੈਂਟ। ਉਹੀ ਗੱਲ ਹੋ ਗਈ ਨਾ, ਇਹ ਕਹਿੰਦੇ ਕਿ ਬਹੁਤ ਵੀ ਜਿਹਨੂੰ ਆਪਾਂ ਪੈਸੇ ਲੈਂਦੇ ਆ ਤਾਂ ਸੋ ਇੱਕ ਖਰਚੇ ਵਾਲਾ ਕੰਮ ਹੈ। ਠੀਕ ਆ ਜੀ। ਦੈਟਸ ਆਲ ਫॉर ਟੁਡੇ ਬੱਚੇ। ਬਸ ਆਪਣਾ ਇੱਕ ਟੌਪਿਕ ਰਹਿ ਗਿਆ, ਉਹ ਵੀ ਮੈਂ ਤੁਹਾਨੂੰ ਸ਼ਾਇਦ ਅੱਜ ਹੀ ਮੈਂ ਉਹਦੀ ਵੀਡੀਓ ਪਾ ਦਾਂ। ਸੋ ਇਹ ਚੈਪਟਰ ਖਤਮ ਕਰੀਏ। ਠੀਕ ਹੈ।